ਧਰਤੀ ਦੇ ਵੱਖ-ਵੱਖ ਖੰਡਾਂ ਤੋਂ ਜੁੜੇ ਹੋਏ ਕੌਮੀ ਆਵਾਜ਼ ਦੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਨਿੱਘੀ ਜੀਵਨ ਨੂੰ ਕਹਿੰਦੇ ਆ। ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੂਬਾਈ ਚੋਣਾਂ ਹੋਈਆਂ ਨੇ। ਇਹਨਾਂ ਸੂਬਾਈ ਚੋਣਾਂ ਦੇ ਵਿੱਚ ਕੁਝ ਪੰਜਾਬੀ ਅਤੇ ਸਿੱਖ ਮੂਲ ਦੇ ਕੈਂਡੀਡੇਟਾਂ ਨੇ ਵੀ ਜਿੱਤ ਹਾਸਲ ਕੀਤੀ ਹੈ। ਉਹਨਾਂ ਦੀ ਜਿੱਤ ਦੀ ਖਬਰ ਕੋਈ ਨਵੀਂ ਖਬਰ ਨਹੀਂ ਹੈ। ਇਸ ਤੋਂ ਪਹਿਲਾਂ ਫੈਡਰਲ ਚੋਣਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਸਿੱਖ ਕੈਂਡੀਡੇਟ ਜਿੱਤਦੇ ਰਹੇ ਨੇ। ਪਰ ਇਸ ਵਾਰ ਥੋੜ੍ਹੀਆਂ ਵੱਖਰੀਆਂ ਖਬਰਾਂ ਆ ਰਹੀਆਂ ਨੇ। ਉਹ ਖਬਰਾਂ ਇਹ ਨੇ ਕਿ ਇੱਥੇ ਆਰਐਸਐਸ ਨੇ ਇਹਨਾਂ ਚੋਣਾਂ ਦੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਸੰਬੰਧੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੱਤਰਕਾਰ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ, ਜਿਹੜੇ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਹੀ ਵਾਸੀ ਨੇ ਅਤੇ ਉਹ ਇਸ ਮਸਲੇ ਦੇ ਉੱਤੇ ਬੋਲਦੇ ਰਹੇ ਨੇ ਅਤੇ ਅੱਜ ਵੀ ਬੋਲ ਰਹੇ ਨੇ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਗੱਲਬਾਤ ਦਾ ਮੁੱਢ ਬੰਨ੍ਹਦੇ ਹਾਂ ਅਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਬਾਈ ਗੁਰਪ੍ਰੀਤ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਤੇਜ ਸਿੰਘ ਜੀ, ਤੁਹਾਡਾ ਤੇ ਕੌਮੀ ਆਵਾਜ਼ ਦਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਮੰਚ ਮੁਹੱਈਆ ਕਰਨ ਲਈ। ਜੀ ਗੁਰਪ੍ਰੀਤ ਸਿੰਘ ਜੀ, ਜਿਹੜੀਆਂ ਇਹ ਚੋਣਾਂ ਹੋਈਆਂ ਨੇ, ਜਿੱਦਣੇ ਇਹਨਾਂ ਦੇ ਰਿਜ਼ਲਟ ਆਏ, ਉਸ ਤੋਂ ਸਾਰੇ ਪੰਜਾਬੀ ਖੁਸ਼ ਵੀ ਹੋਏ ਕਿ ਇੱਕ ਵਾਰ ਫਿਰ ਜਿਹੜੇ ਪੰਜਾਬੀ ਕੈਂਡੀਡੇਟ ਆ, ਸਿੱਖ ਕੈਂਡੀਡੇਟ ਆ, ਉਹ ਜਿੱਤ ਕੇ ਜਾ ਰਹੇ ਨੇ। ਥੋੜ੍ਹਾ ਜਿਹਾ ਜਿਹੜਾ ਸਿੱਖ ਡਾਇਸਪੋਰਾ, ਉਹਨਾਂ ਨੂੰ ਇਹ ਲੱਗਦਾ ਕਿ ਜਗਮੀਤ ਸਿੰਘ ਦੀ ਪਾਰਟੀ ਆ, ਉਹ ਉਸ ਪੱਖ ਤੋਂ ਵੀ ਥੋੜ੍ਹਾ ਜਿਹਾ ਉਹਨੂੰ ਦੇਖ ਰਿਹਾ। ਖੈਰ, ਇਹਨਾਂ ਗੱਲਾਂ ਨੂੰ ਆਪਾਂ ਸਾਈਡ ਤੇ ਰੱਖੀਏ। ਪਰ ਜਿਉਂ ਹੀ ਚੋਣਾਂ ਸਮਾਪਤ ਹੁੰਦੀਆਂ ਨੇ, ਰਿਜ਼ਲਟ ਆ ਜਾਂਦੇ ਨੇ, ਉਸ ਤੋਂ ਬਾਅਦ ਤੁਹਾਡੀ ਇੱਕ ਵੀਡੀਓ ਆਉਂਦੀ ਆ ਇਸ ਦੇ ਬਾਬਤ ਕਿ ਇਸ ਦੇ ਵਿੱਚ ਆਰਐਸਐਸ ਦੀ ਸ਼ਮੂਲੀਅਤ ਸੀ ਇਹਨਾਂ ਚੋਣਾਂ ਦੇ ਵਿੱਚ। ਉਹਨਾਂ ਨੇ ਜਿਹੜੇ ਕੈਂਡੀਡੇਟ ਸੀ, ਖਾਸ ਕਰ ਐਨਡੀਪੀ ਪਾਰਟੀ ਦੇ, ਉਹਨਾਂ ਨੂੰ ਹਰਾਉਣ ਦੇ ਵਿੱਚ ਕਾਫੀ ਜ਼ਿਆਦਾ ਤਾਣ ਲਾਇਆ। ਥੋੜਾ ਜਿਹਾ ਇਸ ਮੁੱਦੇ ਦੇ ਉੱਤੇ ਖੁੱਲ ਕੇ ਦੱਸੋ। ਗੁਰਤੇਜ ਸਿੰਘ ਜੀ, ਗੱਲ ਦੱਸਣਾ ਕਿ ਟੋਟਲ 8 ਪੰਜਾਬੀ ਉਮੀਦਵਾਰ ਚੁਣੇ ਗਏ ਨੇ ਜੀ। ਰਿਚਮਨ ਕੁਈਨ ਵਾਰੋ ਤੋਂ ਚੁਣੇ ਗਏ ਨੇ ਦਸਤਾਰਧਾਰੀ ਸਿੱਖ ਨੇ ਜੀ। ਬੀਸੀ ਵਿੱਚ ਪਹਿਲੀ ਵਾਰੀ ਹੋਇਆ ਕਿ ਦਸਤਾਰਧਾਰੀ ਸਿੱਖ ਜਿਹੜਾ ਹੈ ਐਮਐਲਏ ਚੁਣਿਆ ਗਿਆ। ਹਾਲਾਂਕਿ ਬੀਸੀ ਤੋਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਉਜਲ ਦੋਸਾਂਝ ਮੁੱਖ ਮੰਤਰੀ ਰਹਿ ਚੁੱਕੇ ਨੇ ਬੀਸੀ ਦੇ, ਪਰ ਉਹ ਦਸਤਾਰਧਾਰੀ ਸਿੱਖ ਨਹੀਂ। ਅਮਨਦੀਪ ਸਿੰਘ ਪਹਿਲੀ ਵਾਰੀ ਇਸ ਤਰ੍ਹਾਂ ਇੱਕ ਦਸਤਾਰਧਾਰੀ ਸਿੱਖ ਐਮਐਲਏ ਬੀਸੀ ਵਿੱਚ ਚੁਣੇ ਗਏ ਨੇ, ਜਿੱਥੇ ਪੰਜਾਬੀਆਂ ਦੀ ਕਾਫੀ ਜਿਹੜਾ ਹੈ ਸੰਘਣੀ ਵਸ ਹੋਣ ਜੀ। ਹਾਲਾਂਕਿ ਉਹਨਾਂ ਦੀ ਪਾਰਟੀ ਵਿੱਚ ਜਗਮੀਤ ਸਿੰਘ ਕੇਂਦਰੀ ਪੱਧਰ ਤੇ ਜਾਂ ਫੈਡਰਲ ਪੱਧਰ ਤੇ ਆਪਣੀ ਤਾਕ ਜਮਾ ਚੁੱਕੇ ਨੇ। ਪਹਿਲੇ ਦਸਤਾਰਧਾਰੀ ਸਿੱਖ ਆਗੂ ਨੇ ਇੱਕ ਨੈਸ਼ਨਲ ਪਾਰਟੀ ਦੇ, ਪਰ ਐਨਡੀਪੀ ਜਿਹੜੀ ਜਿਸਨੇ ਹੁਣ ਇਹ ਚੋਣਾਂ ਜਿੱਤੀਆਂ ਬੀਸੀ ਵਿੱਚ 87 ਤੋਂ 55 ਸੀਟਾਂ, ਇਹ ਬੇਸਿਕਲੀ ਉਹਨਾਂ ਦੀ ਹੀ ਪਾਰਟੀ ਹੈ, ਜਗਮੀਤ ਸਿੰਘ ਦੀ। ਪਰ ਕਿਉਂਕਿ ਇਹ ਪ੍ਰੋਵਿੰਸ਼ੀਅਲ ਇਲੈਕਸ਼ਨ ਸੀ, ਸੂਬਾਈ ਇਲੈਕਸ਼ਨ ਸੀ, ਇਸ ਵਿੱਚ ਦਿਲਚਸਪ ਗੱਲ ਇਹ ਹੋਈ ਕਿ ਸੂਬਾਈ ਇਲੈਕਸ਼ਨ ਦੇ ਵਿੱਚ ਵੀ ਕਿਵੇਂ ਬਾਹਰੀ ਤਾਕਤਾਂ ਨੇ ਆਪਣਾ ਰੋਲ ਅਦਾ ਕੀਤਾ। ਦੇਖੋ, ਪਿਛਲੇ ਸਾਲ ਵੀ ਫੈਡਰਲ ਚੋਣਾਂ ਹੋ ਕੇ ਹਟੀਆਂ, ਪਿਛਲੇ ਸਾਲ ਵੀ ਅਸੀਂ ਰੁਝਾਨ ਇਹੋ ਵੇਖਿਆ। ਇੰਟਰਸਟਿੰਗ ਗੱਲ ਇਹ ਹੋਈ ਹੈ, ਸਬਬ ਕਹਿ ਲਓ, ਕਿ ਪਿਛਲੇ ਸਾਲ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਈਆਂ ਸੀਗੀਆਂ, ਔਰ ਇਸ ਵਾਰ 21 ਅਕਤੂਬਰ ਨੂੰ ਜਿਹੜੀ ਬੀਸੀ ਦੀ ਪ੍ਰੋਵਿੰਸ਼ੀਅਲ ਇਲੈਕਸ਼ਨ ਸੀ, ਜਿਹੜੀ 24 ਅਕਤੂਬਰ ਨੂੰ ਹੋਈ ਆ, ਉਸ ਦਾ ਅਖੀਰਲਾ ਐਡਵਾਂਸ ਪੋਲਿੰਗ ਦਾ ਦਿਨ ਸੀ। 21 ਅਕਤੂਬਰ ਦੀ ਖਾਸ ਅਹਿਮੀਅਤ ਸਾਡੇ ਭਾਈਚਾਰੇ ਵਾਸਤੇ। 21 ਅਕਤੂਬਰ ਨੂੰ 1914 ਦੇ ਵਿੱਚ ਭਾਈ ਮੇਵਾ ਸਿੰਘ ਨੇ ਹੌਪਕਿੰਸ ਦਾ ਸੌਦਾ ਲਾਇਆ ਸੀ ਜੀ। ਔਰ ਮੇਵਾ ਸਿੰਘ ਦੀ ਲੜਾਈ ਨਸਲਵਾਦ ਦੇ ਖਿਲਾਫ ਸੀ। ਉਸ ਵੇਲੇ ਸਾਡੇ ਬਜ਼ੁਰਗਾਂ ਕੋਲ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਵੋਟ ਪਾਉਣ ਦਾ ਹੱਕ ਤਾਸ਼ੀ ਢੰਗ ਨਾਲ 1907 ਵਿੱਚ ਖੋਲਿਆ ਗਿਆ ਸੀਗਾ। ਸੋ ਅੱਜ ਇੰਨੇ ਵਰਿਆਂ ਤੋਂ ਬਾਅਦ ਗੱਲ ਇਹ ਹੈ ਕਿ ਅੱਜ ਸਾਡੇ ਕੋਲ ਬੁਲਟ ਦੀ ਥਾਂ ਤੇ ਬੈਲਟ ਪੇਪਰ ਦੀ ਤਾਕਤ ਹੈ, ਜਿਸ ਨਾਲ ਅਸੀਂ ਨਸਲਵਾਦ ਨੂੰ ਜਾਂ ਇਸ ਕਿਸਮ ਦੀ ਧੱਕੇਸ਼ਾਹੀ ਨੂੰ ਉਸਦਾ ਵਿਰੋਧ ਕਰ ਸਕਦੇ ਹਾਂ ਜੀ। ਤੋਂ ਪਿਛਲੇ ਵਾਰ ਵੀ ਜਿਹੜਾ ਸੰਘੀ ਕੋੜਮਾ ਸੀ, ਉਸ ਤੇ ਪੂਰਾ ਜ਼ੋਰ ਲਾਇਆ ਸੀ ਕਿ ਟਰੂਡੋ ਦਾ ਨੁਕਸਾਨ ਹੋਵੇ ਜਾਂ ਜਗਮੀਤ ਸਿੰਘ ਦਾ ਨੁਕਸਾਨ ਹੋਵੇ, ਕੰਜ਼ਰਵੇਟਿਵਸ ਨੂੰ ਮੂਹਰੇ ਲਿਆਇਆ ਜਾਵੇ ਜੀ। ਬੇਸ਼ੱਕ ਟਰੂਡੋ ਦੀ ਘੱਟ ਗਿੱਟੀ ਸਰਕਾਰ ਬਣੀ ਹੈ, ਪਰ ਲੋਕਾਂ ਨੇ ਸੁਚੇਤ ਮਨ ਨਾਲ ਵੋਟਾਂ ਪਾ ਕੇ ਉਹਨਾਂ ਤਾਕਤਾਂ ਨੂੰ ਮੂੰਹ ਤੋਂ ਭੰਨਿਆ ਸੀਗਾ, ਔਰ ਬੀਸੀ ਵਿੱਚ ਵੀ ਉਹਨਾਂ ਤਾਕਤਾਂ ਨੂੰ ਜਿਹੜਾ ਹੈ ਹਾਰ ਦਾ ਮੂੰਹ ਵੇਖਣਾ ਪਿਆ ਜੀ। ਗੱਲ ਏਦਾਂ ਹੋਈ ਹੈ ਕਿ ਐਨਡੀਪੀ ਜਿਹੜੀ ਪਾਰਟੀ ਦੇ 55 ਐਮਐਲਏ ਚੁਣੇ ਗਏ ਨੇ, ਸਾਰੇ ਦੇ ਸਾਰੇ ਦੁੱਧ ਉੱਤੇ ਹੈ ਨਹੀਂਗੇ। ਉਹਨਾਂ ਵਿੱਚੋਂ ਅਨੇਕਾਂ ਇਹੋ ਜਿਹੇ ਨੇ ਜਿਹੜੇ ਭਾਰਤੀ ਕੌਂਸੂਲੇਟ ਦੇ ਕਾਫੀ ਲਾਗੇ ਨੇ, ਉਹਨਾਂ ਦੇ ਚਾਪਲੂਸ ਨੇ, ਔਰ ਸੰਘੀ ਕੋੜਮੇ ਦਾ ਵੀ ਜਿਹੜਾ ਹੈ ਪਾਣੀ ਭਰਦੇ। ਸਿਰਫ 3 ਐਮਐਲਏ ਜਿਹੜੇ ਹੁਣ ਚੁਣੇ ਗਏ ਆ, ਜਿਹੜੇ ਉਹਨਾਂ ਦੇ ਮੁੱਖ ਨਿਸ਼ਾਨੇ ਤੇ ਸੀ, ਉਹਨਾਂ ਵਿੱਚ ਜਿਹੜਾ ਰਵੀ ਕਾਲੋ ਜਿਹੜੇ ਨਾਰਥ ਡੈਲਟਾ ਹਲਕੇ ਤੋਂ ਐਮਐਲਏ ਨੇ ਜੀ, ਔਰ ਰਚਨਾ ਸਿੰਘ ਜਿਹੜੀ ਸਰੀ ਗ੍ਰੀਨ ਟਿੰਬਰਸ ਹਲਕੇ ਤੋਂ ਐਮਐਲਏ ਹੈ, ਔਰ ਅਮਨ ਸਿੰਘ ਜਿਹੜੇ ਕਿ ਦਸਤਾਰਧਾਰੀ ਸਿੱਖ ਨੇ ਤੇ ਪਹਿਲੇ ਵਿਧਾਨ ਸਭਾ ਵਿੱਚ ਜਾਣ ਵਾਲੇ ਅਜਿਹੇ ਵਿਅਕਤੀ ਹੋਣਗੇ ਰਿਚਮਨ ਕੁਈਨ ਵਾਰੋ ਤੋਂ। ਇਹ ਤਿੰਨ ਉਹਨਾਂ ਦੇ ਨਿਸ਼ਾਨੇ ਤੇ ਸੀਗੇ। ਇੱਥੇ ਗੁਰਪ੍ਰੀਤ ਸਿੰਘ ਜੀ, ਸਵਾਲ ਇਹ ਪੈਦਾ ਹੁੰਦਾ ਕਿ ਇਹ ਤਿੰਨਾਂ ਨੂੰ ਕਿਉਂ ਟਾਰਗੇਟ ਕੀਤਾ ਗਿਆ? ਕੀ ਇਹ
ਜੇ ਆਰਐਸਐਸ ਦੀ ਗੱਲ ਆ ਤੇ ਉਹ ਮਤਲਬ ਕਿ ਹਿਊਮਨ ਰਾਈਟਸ ਲਈ ਬੋਲਦੇ ਰਹੇ ਨੇ ਜਾਂ ਕੀ ਕਾਰਨ ਰਹੇ ਉਹਨਾਂ ਦੇ? ਬਿਲਕੁਲ, ਮੈਂ ਉਸੇ ਸਵਾਲ ਪਰ ਆਊਂਗਾ ਗੁਰਤੇਜ ਸਿੰਘ ਜੀ। ਗੱਲ ਹੂੰ, ਇਸ ਤਰ੍ਹਾਂ ਸੀ ਕਿ ਜਿਹੜਾ, ਜੇ ਆਪਾਂ ਰਚਨਾ ਸਿੰਘ ਤੋਂ ਸ਼ੁਰੂ ਕਰੀਏ, ਮੈਂ ਪਹਿਲਾਂ ਡਿਸਕਲੇਮਰ ਦੇਣਾ ਚਾਹੁੰਦਾ ਉੱਥੇ ਕਿ ਰਚਨਾ ਸਿੰਘ ਮੇਰੀ ਪਤਨੀ ਹੈ, ਮੈਂ ਉਹਨਾਂ ਦਾ ਪਤੀ ਹਾਂ। ਜੀ, ਜੀ, ਮਤਲਬ ਮੈਂ ਜ਼ਾਹਿਰ। ਇਹ ਕਲੀਅਰ ਕਰ ਦੇਣਾ ਚਾਹੁੰਦਾ, ਕੱਲ ਨੂੰ ਕੋਈ ਇਹ ਨਾ ਕਵੇ ਕਿ ਪੱਖਪਾਤ ਹੋਇਆ ਜਾਂ ਕੌਨਫਲਿਕਟ ਹੋਇਆ। ਵੈਸੇ ਇਸ ਪੂਰੇ ਜੀ, ਮਸਲੇ ਤੇ ਮੈਂ 24 ਅਕਤੂਬਰ ਤੱਕ ਬਿਲਕੁਲ ਚੁੱਪ ਰਿਹਾ। ਜੇ ਔਰ ਤੁਸੀਂ ਜਿਹੜੀ ਆਪਣੀ ਮੇਰੀ ਵੀਡੀਓ 'ਚ ਵੀ ਦੱਸਿਆ ਸੀ ਕਿ ਤੁਸੀਂ ਪੂਰੀਆਂ ਚੋਣਾਂ ਦੌਰਾਨ ਕੁਝ ਵੀ ਨਹੀਂ ਬੋਲੇ, ਹਾਂ, ਐਜ਼ ਮੈਂ ਇੱਕ ਜਾਣ ਕੇ ਪੱਤਰਕਾਰ ਐਥਿਕਸ ਦੇ ਤੌਰ ਦੇ ਉੱਤੇ। ਜੀ। ਬਿਲਕੁਲ ਐਥਿਕਸ ਨੂੰ ਸਮਝਦਿਆਂ ਹੋਇਆ ਮੈਂ ਚੁੱਪ ਰਿਹਾ। ਦੂਜਾ ਇਹ ਵੀ ਤੁਸੀਂ ਹੂੰ, ਨੋਟ ਕਰਿਓ ਗੁਰਤੇਜ ਸਿੰਘ ਜੀ ਕਿ ਉਹ ਜਿਹੜੀ ਵੀਡੀਓ ਵੀ ਹੈ, ਉਹ ਮੇਰੀ ਆਪਣੀ ਫੇਸਬੁੱਕ ਦੀ ਨਿੱਜੀ ਟਾਈਮਲਾਈਨ ਤੇ ਹੈ। ਜੀ, ਮੈਂ ਕਿਸੇ ਵੀ ਇਹੋ ਜਿਹੇ ਮੰਚ ਦਾ ਇਸਤੇਮਾਲ ਨਹੀਂ ਕੀਤਾ ਜਿੱਥੇ ਮੈਂ ਜਾ ਕੇ ਆਪਣਾ ਕੰਮ ਕਰਦਾ, ਚਾਹੇ ਉਹ ਜੀ, ਸਪਾਈਸ ਰੇਡੀਓ ਹੈ, ਚਾਹੇ ਉਹ ਚੈਨਲ ਪੰਜਾਬੀ ਹੈ। ਸਿਰਫ ਜੀ, ਆਪਣੀ ਨਿੱਜੀ ਟਾਈਮਲਾਈਨ ਤੇ ਜਾ ਕੇ ਮੈਂ ਇਸ ਗੱਲ ਨੂੰ ਕਿਹਾ। ਮੈਨੂੰ ਅਫਸੋਸ ਇਸ ਗੱਲ ਦਾ ਕਿ ਜੇ ਕੋਈ ਹੋਰ ਮੀਡੀਆ ਵਾਲੇ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਪੈਣੀ ਚਾਹੀਦੀ। ਜੀ, ਸਹੀ ਹੈ। ਪਰ ਖੈਰ, ਗੱਲ ਇਸ ਤਰ੍ਹਾਂ ਸੀ ਕਿ ਜਿਹੜਾ ਰਚਨਾ ਸਿੰਘ ਦੇ ਕੇਸ ਤਾਂ ਬੜਾ ਕਲੀਅਰ ਇਹ ਹੋਇਆ ਸੀਗਾ ਕਿ ਜਿਹੜਾ ਪਿੱਛੇ ਜੇ ਪੁਲਵਾਮਾ ਵਿੱਚ ਹਮਲਾ ਹੋਇਆ, ਹੂੰ, ਉਸ ਤੋਂ ਬਾਅਦ ਇੱਕ ਜੰਗ ਵਰਗਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੀ, ਸੋ ਉਹ ਮਾਹੌਲ ਅਸੀਂ ਇੱਥੇ ਵੀ ਮਹਿਸੂਸ ਕੀਤਾ। ਹੂੰ, ਰਚਨਾ ਸਿੰਘ ਦੇ ਆਪਣੇ ਹਲਕੇ ਦੇ ਵਿੱਚ ਇੱਕ ਮੰਦਿਰ ਹੈ ਜਿਸ ਨੂੰ ਲక్ష్ਮੀ ਨਾਰਾਇਣ ਮੰਦਿਰ ਕਿਹਾ ਜਾਂਦਾ ਹੈ। ਉੱਥੇ ਬਕਾਇਦਾ ਇੱਕ ਸ਼ਾਂਤੀ ਪਾਠ ਦਾ ਪ੍ਰੋਗਰਾਮ ਰੱਖਿਆ ਗਿਆ, ਜਿੱਥੇ ਜੀ, ਉਹ ਗਈ ਤੇ ਉੱਥੇ ਉਸ ਦੀ ਹਾਜ਼ਰੀ ਵਿੱਚ ਖੂਨ ਦਾ ਬਦਲਾ ਖੂਨ ਦੇ ਨਾਅਰੇ ਲਾਏ ਗਏ ਅੱਛਾ ਜੀ। ਪਾਕਿਸਤਾਨ, ਹਾਂ, ਉਸ ਮੰਦਿਰ ਦੇ ਵਿੱਚ। ਹੂੰ, ਔਰ ਪਾਕਿਸਤਾਨ ਦੇ ਖਿਲਾਫ ਇੱਕ ਭੜਕਾਹਟ ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੀ, ਉਸ ਮੌਕੇ ਤੇ ਭਾਰਤੀ ਸਫੀਰ ਵੀ ਮੰਦਿਰ ਵਿੱਚ ਹਾਜ਼ਰ ਸਨ। ਹੂੰ, ਜਦੋਂ ਰਚਨਾ ਸਿੰਘ ਦੇ ਬੋਲਣ ਦਾ ਸਮਾਂ ਆਇਆ, ਰਚਨਾ ਸਿੰਘ ਨੇ ਆਪਣੇ ਵੱਲੋਂ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਇਹ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਕਿਸਮ ਦੀ ਗੱਲ ਨਾ ਕਰੋ ਜਿਹੜੀ ਬਲਦੀ ਤੇ ਤੇਲ ਦਾ ਕੰਮ ਕਰੇ, ਜੀ, ਕਿਉਂਕਿ ਅਸੀਂ ਨਿਊਟਰਲ ਟੈਰੀਟਰੀ 'ਚ ਰਹਿੰਦੇ ਹਾਂ। ਇੱਥੇ ਪਾਕਿਸਤਾਨੀ ਵੀ ਉਨੇ ਹੀ ਦੁਖੀ ਨੇ ਇਸ ਹਮਲੇ ਤੋਂ ਜਿੰਨੇ ਕਿ ਹਿੰਦੁਸਤਾਨੀ ਦੁਖੀ ਨੇ। ਜੀ, ਜੇ ਅਸੀਂ ਗੱਲ ਵਧਾਵਾਂਗੇ, ਕੱਲ ਨੂੰ ਨਿਊਕਲੀਅਰ ਵਾਰ ਵੀ ਹੋ ਸਕਦੀ ਹੈ, ਨੁਕਸਾਨ ਦੋਨਾਂ ਪਾਸਿਆਂ ਦਾ ਹੋਵੇਗਾ। ਪਰ ਉਸ ਦੀ ਗੱਲ ਨੂੰ ਅਣਸੁਣੀ ਕਰਦਿਆਂ ਉਸ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਨਾਲ ਬਦਤਮੀਜ਼ੀ ਕੀਤੀ ਗਈ ਔਰ ਨਾਅਰੇਬਾਜ਼ੀ ਤੇਜ਼ ਕਰ ਦਿੱਤੀ ਗਈ। ਜੀ, ਰਚਨਾ ਸਿੰਘ ਨੂੰ ਉੱਥੋਂ ਜਾਣਾ ਪਿਆ। ਅਖੀਰ ਉਹਨਾਂ ਨੇ ਬਹੁਤ ਸੋਚ ਵਿਚਾਰ ਕੇ ਆਪਣੇ ਪਾਰਟੀ ਦੇ ਕੁਝ ਸੁਹਿਰਦ ਕੁਲੀਗਸ ਨਾਲ, ਜਿਨ੍ਹਾਂ ਵਿੱਚ ਰਵੀ ਕਾਲੋ ਵੀ ਸ਼ਾਮਲ ਨੇ, ਸਲਾਹ ਕਰਨ ਤੋਂ ਬਾਅਦ ਇੱਕ ਉਹ ਜਿਹੜਾ ਓਪੀਨੀਅਨ ਪੀਸ ਲਿਖਿਆ ਉਹਨਾਂ ਨੇ ਜੀ, ਕਿ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਬਣ ਰਿਹਾ। ਹੂੰ, ਉਸ ਓਪੀਨੀਅਨ ਪੀਸ ਤੋਂ ਬਾਅਦ ਜਿਹੜਾ ਜਨਸੰਘੀਆਂ ਦਾ ਜਿਹੜਾ ਕੋੜਮਾ ਹੈ, ਉਹਨਾਂ ਨੇ ਤੈਅ ਕਰ ਲਿਆ ਕਿ ਰਚਨਾ ਸਿੰਘ ਨੂੰ ਅਸੀਂ ਹਰਾਵਾਂਗੇ। ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਅਗਲੀ ਚੋਣ 'ਚ ਅਸੀਂ ਇਸ ਦਾ ਬਾਈਕਾਟ ਕਰਾਂਗੇ, ਜੀ, ਐਲਾਨੀਆ ਤੌਰ ਤੇ। ਹੂੰ, ਪਰ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਕਿ ਇਸ ਮੰਦਿਰ ਦੀ ਥੋੜਾ ਜਿਹਾ ਇੱਕ ਬੜਾ ਇੰਟਰਸਟਿੰਗ ਬੈਕਗ੍ਰਾਉਂਡ ਵੀ ਹੈ। ਇਸੇ ਮੰਦਿਰ ਵਿੱਚ ਨਰਿੰਦਰ ਮੋਦੀ ਇੱਥੇ 2015 'ਚ ਆਏ ਸੀ। ਅੱਛਾ ਜੀ, ਹਾਂਜੀ, ਇਸੇ ਮੰਦਿਰ ਦੇ ਵਿੱਚ ਆਰਐਸਐਸ ਦੀਆਂ ਸ਼ਾਖਾਵਾਂ ਵੀ ਲੱਗਦੀਆਂ ਰਹੀਆਂ ਨੇ। ਜੀ, ਸਦਵੀ ਰਥਮੜਾ, ਮਾਫ ਕਰਨਾ, ਜਿਹੜੀ ਬਾਬਰੀ ਮਸਜਿਦ ਕੇਸ ਵਿੱਚ ਇਨਵੋਲਵ ਸੀਗੀ, ਉਹ ਵੀ ਇਸ ਮੰਦਿਰ 'ਚ ਆ ਚੁੱਕੀ ਹੈ ਔਰ ਮੈਨੂੰ ਉਸ ਵੇਲੇ ਉਹਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਅੱਛਾ ਜੀ, ਕਈ ਸਾਲ ਪੁਰਾਣੀ ਗੱਲ ਮੈਂ ਕਰ ਰਿਹਾ। ਹੂੰ, ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਰਾਮ ਮੰਦਿਰ ਵਾਸਤੇ ਜਿਹੜਾ ਡੋਨੇਸ਼ਨ ਇਕੱਠੀ ਹੋਈ ਸੋਨੇ ਦੀ ਇੱਟਾਂ, ਉਹ ਵੀ ਇਸ ਮੰਦਿਰ ਤੋਂ ਗਈਆਂ। ਜੀ, ਸੋ ਇਸ ਮੰਦਿਰ ਦਾ ਇਹ ਉਸਦੀ ਪਿੱਠਭੂਮੀ ਹੈ। ਪਰ ਕਿਉਂਕਿ ਹੂੰ, ਮੰਦਿਰ ਹੈ, ਜਾਂ ਜਿਵੇਂ ਦਸ਼ਮੇਸ਼ ਦਰਬਾਰ ਉਹ ਐਲਾਨੀ ਤੌਰ ਤੇ ਖਾਲਿਸਤਾਨੀ ਨੇ, ਜਾਂ ਇਸ ਮੰਦਿਰ ਦੇ ਲੋਕ ਆਰਐਸਐਸ ਨਾਲ ਜੁੜੇ ਨੇ, ਪਰ ਸੰਗਤ ਜਿਹੜੀ ਹੁੰਦੀ ਹੈ ਮੰਦਿਰ ਦੀਆਂ, ਗੁਰਦੁਆਰੇ ਦੀ, ਜ਼ਰੂਰੀ ਤੌਰ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਾਰੇ ਦੇ ਸਾਰੇ ਇਹੋ ਜਿਹੀਆਂ ਵਿਚਾਰਧਾਰਾਵਾਂ ਨੂੰ ਅਪਣਾਏ ਹੋਣ। ਜੀ, ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣਦਾ ਕਿ ਉਹ ਹਰ ਥਾਂ ਤੇ ਜਾ ਕੇ ਹਾਜ਼ਰੀ ਭਰਨੀ ਤੇ ਲੋਕਾਂ ਦੇ ਰੂਬਰੂ ਹੋਣਾ। ਜੀ, ਤੇ ਚੁਣੇ ਹੋਏ ਨੁਮਾਇੰਦੇ ਦੀ ਹੈਸੀਅਤ 'ਚ ਉੱਥੇ ਗਈ ਸੀ, ਅੱਗੇ ਵੀ ਜਾਂਦੀ ਰਹੀ ਸੀ। ਪਰ ਇਸ ਜਿਹੜਾ ਆਹ ਇਨਸੀਡੈਂਟ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਲਕੀਰ ਕੱਢ ਦਿੱਤੀ ਕਿ ਅਸੀਂ ਰਚਨਾ ਸਿੰਘ ਦਾ ਬਾਈਕਾਟ ਕਰਾਂਗੇ। ਜੀ, ਇਸ ਇਲੈਕਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਕਵਾਇਦ ਆਪਣੀ ਜਿਹੜੀ ਹੈ ਤਿੱਖੀ ਕਰ ਲਈ ਸੀ। ਬਕਾਇਦਾ ਸੋਸ਼ਲ ਮੀਡੀਆ ਤੇ ਉਸ ਦੀਆਂ ਫੋਟੋਆਂ ਲਾ ਕੇ ਕਿਹਾ ਗਿਆ ਕਿ ਇਸ ਦਾ ਬਾਈਕਾਟ ਕੀਤਾ ਜਾਵੇ। ਜਦੋਂ ਰਚਨਾ ਸਿੰਘ ਨੇ ਐਲਾਨ ਕੀਤਾ ਕਿ ਮੈਂ ਦੁਬਾਰਾ ਚੋਣ ਲੜ ਰਹੀ ਹਾਂ, ਤੇ ਉਸੇ ਮੰਦਿਰ ਦੇ ਪ੍ਰਧਾਨ ਨੇ ਫੇਸਬੁੱਕ ਤੇ ਆ ਕੇ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਤੈਨੂੰ ਹਰਾਉਣ ਲਈ ਪੂਰਾ ਜ਼ੋਰ ਲਾਵਾਂਗੇ। ਅੱਛਾ ਜੀ, ਓਪਨਲੀ ਉਹਨਾਂ ਦੇ ਬਿਆਨ ਬਿਲਕੁਲ ਸਕਰੀਨਸ਼ਾਟ ਸਾਹਮਣੇ ਹੋਏ ਅਜੇ ਤੱਕ। ਜੀ। ਉਸ ਤੋਂ ਇਲਾਵਾ ਗੁਰਤੇਜ ਸਿੰਘ ਦੀ ਗੱਲ ਇਹ ਹੋਈ ਹੈ ਕਿ ਜਿਹੜੇ ਰਵੀ ਕਾਲੋ ਨੇ, ਇਹਨਾਂ ਨੇ ਬਕਾਇਦਾ ਕਸ਼ਮੀਰੀ ਲੋਕਾਂ ਨਾਲ ਮੁਲਾਕਾਤ ਕਰਕੇ, ਜਦੋਂ ਕਸ਼ਮੀਰ ਦੀ ਪਿੱਛੇ ਜਿਹੀ ਘੇਰਾਬੰਦੀ ਹੋਈ, ਧਾਰਾ 370 ਤੋੜ ਦਿੱਤੀ ਗਈ, ਤਾਂ ਉਸ ਵੇਲੇ ਉਹਨਾਂ ਨਾਲ ਮੁਲਾਕਾਤ ਕੀਤੀ, ਜੀ, ਉਹਨਾਂ ਦੇ ਦੁਖੜੇ ਸੁਣੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਪੱਤਰ ਲਿਖਿਆ ਯੂਐਨ ਨੂੰ, ਔਰ ਯੂਐਨ ਤੋਂ ਮੰਗ ਕੀਤੀ ਕਿ ਮੇਰੇ ਜਿਹੜੇ ਹਲਕੇ ਦੇ ਵਸਨੀਕ ਨੇ ਕਸ਼ਮੀਰੀ, ਜਿਹੜੇ ਫਿਕਰਮੰਦ ਨੇ, ਉਹਨਾਂ ਦੇ ਲਈ ਮੁਦਾਖਲਤ ਕੀਤੀ ਜਾਵੇ। ਜੀ। ਉਸ ਤੋਂ ਬਾਅਦ ਇਹਨਾਂ ਨੇ ਐਲਾਨੀਆ ਤੌਰ ਤੇ ਕਹਿਣਾ ਸ਼ੁਰੂ ਕਰਤਾ ਕਿ ਇਹ ਦੋ ਵਿਅਕਤੀ ਸਾਡੇ ਨਿਸ਼ਾਨੇ ਤੇ ਨੇ। ਫਿਰ ਆਈਏ ਅਮਨ ਸਿੰਘ ਵੱਲ। ਅਮਨ ਸਿੰਘ ਨੇ ਬਕਾਇਦਾ ਜਿਹੜੀ ਸਮਾਨਤਾ ਹੈ ਤਿੰਨਾਂ ਵਿੱਚ, ਕਿ ਤਿੰਨਾਂ ਨੇ ਵੱਖਰੇ ਵੱਖਰੇ ਸਮਿਆਂ ਤੇ ਵੱਖਰੇ ਵੱਖਰੇ ਤਰੀਕੇ ਨਾਲ 1984 ਦਾ ਮਸਲਾ ਵੀ ਚੁੱਕਿਆ। ਜੀ। 2017 ਵਿੱਚ ਜਦੋਂ ਪਹਿਲੀ ਵਾਰ ਰਚਨਾ ਸਿੰਘ ਤੇ ਰਵੀ ਕਾਲੋ ਐਮਐਲਏ ਚੁਣੇ ਗਏ, ਤਾਂ ਪਹਿਲੇ ਸਾਲ ਰਵੀ ਕਾਲੋ ਨੇ ਨਵੰਬਰ ਦੇ ਵਿੱਚ 1984 ਦੇ ਕਤਲੇਆਮ ਦੀ ਵਰ੍ਹੇਗੰਢ ਮੌਕੇ BC ਦੀ ਵਿਧਾਨ ਸਭਾ 'ਚ ਸਟੇਟਮੈਂਟ ਪੜ੍ਹੀ। ਜੀ। ਅਗਲੇ ਸਾਲ ਰਚਨਾ ਸਿੰਘ ਨੇ ਵੀ ਸਟੇਟਮੈਂਟ ਪੜ੍ਹੀ। ਫਿਰ ਇੱਕ ਟਾਈਮ ਆਇਆ ਕਿ ਰਚਨਾ ਸਿੰਘ ਕਸ਼ਮੀਰੀਆਂ ਦੇ ਹੱਕ 'ਚ ਮੁਜ਼ਾਹਰੇ 'ਚ ਜਾ ਕੇ ਬੋਲੀ, ਤਾਂ ਬਕਾਇਦਾ ਇੰਡੀਅਨ ਕੌਂਸੂਲੇਟ ਦੇ ਅਧਿਕਾਰੀਆਂ ਨੇ ਪ੍ਰੀਮੀਅਰ ਆਫਿਸ ਕੋਲ, ਮੁੱਖ ਮੰਤਰੀ ਦਫ਼ਤਰ ਕੋਲ ਆਪਣਾ ਪ੍ਰੋਟੈਸਟ ਦਰਜ ਕਰਵਾਇਆ।
ਅੱਛਾ ਜੀ। ਹਾਂ, ਸੋ ਇਹ ਲੋਕੀ ਲਗਾਤਾਰ ਉਹਨਾਂ ਦੇ ਨਿਸ਼ਾਨੇ ਤੇ ਉਹਨਾਂ ਦੇ ਰਡਾਰ ਤੇ ਸੀਗੇ ਦੋਨੇ ਹੀ। ਜੀ। ਅਮਨ ਸਿੰਘ ਦੇ ਕੇਸ 'ਚ ਇਹ ਹੋਇਆ ਕਿ ਅਮਨ ਸਿੰਘ ਨੇ ਵੀ 84 ਦੇ ਕਤਲੇਆਮ ਦੇ ਸੰਬੰਧ ਵਿੱਚ ਪਟੀਸ਼ਨ ਡਰਾਫਟ ਕੀਤੀ ਹੈ, ਜਿਸ ਤੇ ਦਸਤਖਤ ਅਜੇ ਹੋਣੇ ਸ਼ੁਰੂ ਹੋਣੇ। ਇਸ ਤੋਂ ਇਲਾਵਾ ਪ੍ਰੋਫੈਸਰ ਜੀ.ਐਨ. ਸਾਈ ਬਾਬਾ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਜਿਹੜੇ ਜੇਲ੍ਹ 'ਚ ਸਾੜੇ ਜਾ ਰਹੇ ਆ, ਮਨੁੱਖੀ ਹੱਕਾਂ ਦੇ ਕਾਰਕੁਨ ਨੇ, ਉਹਨਾਂ ਲਈ ਵੀ ਪਟੀਸ਼ਨ ਉਹਨਾਂ ਨੇ ਡਰਾਫਟ ਕੀਤੀ ਹੈ। ਔਰ ਬੜੀ ਬੇਬਾਕੀ ਨਾਲ ਉਹ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਹਿੰਦੇ ਆ। ਇਹਨਾਂ ਗੱਲਾਂ ਦਾ ਉਹਨਾਂ ਨੇ ਨੋਟਿਸ ਲੈਂਦਿਆਂ ਹੋਇਆਂ ਸਿੱਧੇ ਤੌਰ ਤੇ ਮਨ ਬਣਾਇਆ ਸੀ ਕਿ ਇਹਨਾਂ ਨੂੰ ਹਰਾਉਣ ਤੇ ਜ਼ੋਰ ਲਾਇਆ ਜਾਵੇ। ਦਿਲਚਸਪ ਗੱਲ ਇਹ ਹੋਈ ਕਿ ਅਮਨ ਸਿੰਘ ਪਿਛਲੀ ਵਾਰੀ ਵੀ ਚੋਣ ਲੜੇ ਸੀ ਤੇ ਸਿਰਫ 134 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ ਜੀ। ਉਦੋਂ ਵੀ ਤੇ ਐਤਕੀ ਵੀ ਉਹਨਾਂ ਦੇ ਹਲਕੇ ਵਿੱਚ ਖਾਸ ਤੌਰ ਤੇ ਰॉ ਸਟਰੀਟ ਗੁਰਦੁਆਰੇ ਨਾਲ ਜੁੜੇ ਕੁਝ ਸ਼ਖਸੀਅਤਾਂ ਨੇ ਉਹਨਾਂ ਦਾ ਵਿਰੋਧ ਕੀਤਾ, ਜਿਹੜੇ ਗੁਰਦੁਆਰੇ ਵਿੱਚ ਮੋਦੀ ਦਾ ਸਵਾਗਤ ਹੋਇਆ ਸੀ ਜੀ। ਔਰ ਰਚਨਾ ਸਿੰਘ ਦੇ ਕੇਸ ਵਿੱਚ ਵੀ ਔਰ ਰਵੀ ਸਿੰਘ ਕਾਲੋਂ ਦੇ ਕੇਸ ਵਿੱਚ ਵੀ ਉਹੀ ਰॉ ਸਟਰੀਟ ਦਾ ਜਿਹੜਾ ਗਰੁੱਪ ਆ, ਇਹਨਾਂ ਹਲਕਿਆਂ 'ਚ ਵੀ ਆ ਕੇ ਜ਼ੋਰ ਲਾਉਂਦਾ ਰਿਹਾ ਕਿ ਇਹਨਾਂ ਦਾ ਨੁਕਸਾਨ ਹੋਵੇ। ਇਹ ਹਲਕੇ ਇੱਕੋ ਦੋਨੇ ਕੋਲ ਹੀ ਨੇ ਜਾਂ ਕਾਫੀ ਇਹ ਤਿੰਨੇ ਹਲਕੇ ਸਬਬ ਨਾਲ ਲਾਗੇ ਇੰਟਰਕਨੈਕਟਡ ਆ? ਠੀਕ ਹੈ ਜੀ। ਜਿਵੇਂ ਇਹਨਾਂ ਦੀਆਂ ਬਾਉਂਡਰੀਜ਼ ਮਤਲਬ ਆਪਸ 'ਚ ਮਿਲਦੀਆਂ, ਜਿਵੇਂ ਸਲੀਪਿੰਗ ਟਿੰਬਰਸ ਇੱਕ ਪਾਸੇ ਹੈ ਤੇ ਦੂਜੇ ਪਾਸੇ ਨਾਰਥ ਡੈਲਟਾ ਹੈ। ਨਾਰਥ ਡੈਲਟਾ ਤੋਂ ਅਗਾਂਹ ਚਲੇ ਜਾਓ ਤੇ ਫਿਰ ਰਿਚਮੰਡ ਕੁਈਨ ਬੋਰੋ ਸ਼ੁਰੂ ਹੋ ਜਾਂਦਾ ਜੀ। ਤੋ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਇਹ ਜਿਹੜਾ ਦਿਲਚਸਪ ਗੱਲ ਵੇਖਣ ਨੂੰ ਆਈ ਕਿ ਇਕੱਲਾ ਮੰਦਰ ਜਾਂ ਆਰਐਸਐਸ ਦਾ ਗਰੁੱਪ ਨਹੀਂ, ਸਗੋਂ ਜਿਹੜੇ ਸੋ ਕਾਲਡ ਮੋਡਰੇਟ ਨੇ, ਜਿਨ੍ਹਾਂ ਦੇ ਗੁਰਦੁਆਰੇ ਵਿੱਚ ਜਿਹੜਾ ਕਿ ਜਿਸ ਦਾ ਬੂਟਾ ਗਦਰੀਆਂ ਨੇ ਲਾਇਆ ਸੀਗਾ, ਜਿਸ ਗੁਰਦੁਆਰੇ ਵਿੱਚ ਮੋਦੀ ਦਾ ਸਵਾਗਤ ਹੋਇਆ, ਉਸ ਦੇ ਨਾਲ ਜੁੜੇ ਹੋਏ ਲੋਕ ਵੀ ਇਹਨਾਂ ਤਿੰਨਾਂ ਦਾ ਵਿਰੋਧ ਕਰ ਰਹੇ ਸੀ। ਸੋ ਇੱਕ ਗੱਲ ਬੜੀ ਕਲੀਅਰ ਹੈ ਕਿ 325 ਹਾਊਸ ਸਟਰੀਟ, ਜਿੱਥੇ ਕਿ ਭਾਰਤੀ ਸਫਾਰਤਖਾਨਾ ਸਥਿਤ ਆ, ਉਸ ਨਾਲ ਇਹਨਾਂ ਜਥੇਬੰਦੀਆਂ ਦੀ ਜਾਂ ਇਹਨਾਂ ਸੰਸਥਾਵਾਂ ਦੀ ਵਫਾਦਾਰੀਆਂ ਬੱਝੀਆਂ ਹੋਈਆਂ ਨੇ ਜੀ। ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ, ਬੜਾ ਕਲੀਅਰ ਹੈ ਵੀ ਕਿੱਥੋਂ ਨਿਰਦੇਸ਼ ਆ ਰਹੇ ਨੇ, ਕਿਹਨਾਂ ਦੇ ਹਿੱਤ ਨੇ, ਕੌਣ ਚਾਹੁੰਦਾ ਕਿ ਇਹਨਾਂ ਦੀ ਹਾਰ ਹੋਵੇ। ਰਵੀ ਕਾਲੋਂ ਦੇ ਕੇਸ ਦਿਲਚਸਪ ਗੱਲ ਇੱਕ ਜਿਹੜੀ ਹੋਈ ਹੈ, ਜਿਹੜੀ ਧਿਆਨ ਦੇਣ ਵਾਲੀ, ਜਿਸ ਦੇ ਬਾਰੇ ਰਿਪੋਰਟ ਵੀ ਨਸ਼ਰ ਹੋਈ ਸੀ, ਉਹ ਇਹ ਸੀ ਕਿ ਉਹਨਾਂ ਦੇ ਖਿਲਾਫ ਇੱਕ ਗ੍ਰੀਨ ਪਾਰਟੀ ਦੀ ਜਿਹੜੀ ਉਮੀਦਵਾਰ ਖਿਲਾਰੀ ਗਈ ਮੈਦਾਨ ਦੇ ਵਿੱਚ ਜੀ। ਇਹ ਉਹ ਔਰਤ ਹੈ ਜਿਸਨੇ ਆਪਣੇ ਪਤੀ ਨਾਲ ਰਲ ਕੇ 15 ਅਗਸਤ ਵਾਲੇ ਦਿਨ, ਜਦੋਂ ਕਿ ਸਿੱਖ ਜਥੇਬੰਦੀਆਂ ਨੇ ਸਫਾਰਤਖਾਨੇ ਦੇ ਬਾਹਰ ਮੁਜ਼ਾਹਰਾ ਕੀਤਾ, ਇਹਨਾਂ ਨੇ ਇੱਕ ਪੈਰਲਲ ਮੁਜ਼ਾਹਰਾ ਕੀਤਾ ਇੰਡੀਆ ਦੇ ਹੱਕ ਵਿੱਚ। ਅੱਛਾ ਜੀ। ਤਿਰੰਗੇ ਲੈ ਕੇ ਕਾਰ ਰੈਲੀ ਕੱਢੀ। ਫਰੈਂਡਸ ਆਫ ਇੰਡੀਆ ਨਾਂ ਦੇ ਗਰੁੱਪ ਨਾਲ ਜੁੜੇ ਹੋਏ ਨੇ। ਇਸ ਦੇ ਪਤੀ ਨੇ ਜਦੋਂ ਸੀਏ ਦੇ ਖਿਲਾਫ ਮੋਸ਼ਨ ਨਿਊ ਵੈਸਟਮਿੰਸਟਰ ਦੀ ਸਿਟੀ ਕੌਂਸਲ ਵਿੱਚ ਆਇਆ, ਉੱਥੇ ਜਾ ਕੇ ਖਰੂਦ ਵੀ ਪਾਇਆ ਉਸ ਮੋਸ਼ਨ ਦੇ ਖਿਲਾਫ, ਇੱਥੋਂ ਤੱਕ ਕਿ ਮੈਨੂੰ ਵੀ ਉਸਨੇ ਗਦਾਰ ਕਿਹਾ, ਉਸਦੇ ਪਤੀ ਨੇ। ਸੋ ਇਹ ਤੁਸੀਂ ਵੇਖ ਸਕਦੇ ਹੋ ਕਿ ਤਾਣਾ ਪੇਟਾ ਕਿੰਨਾ ਉਲਝਿਆ ਹੋਇਆ। ਸੋ ਇਹ ਪੂਰੀ ਇੱਕ ਲੌਬੀ ਸੀ ਜਿਹੜੀ ਕੰਮ ਕਰ ਰਹੀ ਸੀ। ਔਰ ਇੱਥੇ ਹੀ ਬਸ ਨਹੀਂ, ਰਚਨਾ ਸਿੰਘ ਦੇ ਕੇਸ 'ਚ ਦਿਲਚਸਪ ਗੱਲ ਇਹ ਵੀ ਹੋਈ ਹੈ ਕਿ ਪੰਜਾਬ ਤੋਂ ਤੇ ਦਿੱਲੀ ਤੋਂ ਅਕਾਲੀ ਲੀਡਰਾਂ ਦੇ ਫੋਨ ਵੀ ਇੱਥੇ ਕਰਵਾਏ ਗਏ ਨੇ ਜੀ। ਪੰਜਾਬ ਦੇ ਪੁਲਿਸ ਅਫਸਰਾਂ ਦੇ ਫੋਨ ਵੀ ਕਰਵਾਏ ਗਏ ਨੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਖਾਤਰ ਜੀ। ਸੋ ਜਿਸ ਤੋਂ ਅਸੀਂ ਇਹ ਕਲੀਅਰ ਕਰ ਸਕਦੇ ਹਾਂ ਕਿ ਫੋਰਨ ਇੰਟਰਫੇਰੈਂਸ ਵੀ ਹੋਈ ਹੈ, ਫੋਰਨ ਜਿਹੜਾ ਇੰਡੀਆ ਦਾ ਇੰਟਰਸਟ ਹੈ ਉਹ ਵੀ ਇਸ ਵਿੱਚ ਪੂਰਾ ਸ਼ਾਮਲ ਸੀ। ਔਰ ਇਹ ਜਿਹੜੇ ਲੋਕ ਨੇ ਮੁੱਖ ਤੌਰ ਤੇ ਜਿਨ੍ਹਾਂ ਦੇ ਨਿਸ਼ਾਨਦੇਹੀ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਹਿੱਤ ਇੰਡੀਅਨ ਸਟੇਟ ਨਾਲ ਬੱਝੇ ਹੋਏ ਨੇ। ਬਾਕੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਕਿ ਕਾਰਨ ਕੀ ਰਿਹਾ, 84 ਦਾ ਕਤਲੇਆਮ ਦਾ ਮਸਲਾ ਹੋਵੇ, ਕਸ਼ਮੀਰ ਦਾ ਮਸਲਾ ਹੋਵੇ, ਸੀਏਏ ਦਾ ਮਸਲਾ ਹੋਵੇ, ਤੇ ਚਾਹੇ ਮਸਲਾ ਹੋਵੇ ਜੀ.ਐਨ. ਸਾਈ ਬਾਬਾ ਦਾ। ਇੰਡੀਆ ਦੇ ਵਿੱਚ ਹਿਊਮਨ ਰਾਈਟਸ ਦੇ ਉੱਤੇ ਗੱਲ ਕਰਨ ਵਾਲੇ ਇਹਨਾਂ ਤਿੰਨ ਜਿਹੜੇ ਉਮੀਦਵਾਰ ਸੀ, ਇਹਨਾਂ ਦਾ ਡਟ ਕੇ ਉਹਨਾਂ ਨੇ ਵਿਰੋਧ ਕੀਤਾ। ਹੁਣ ਗੱਲ ਕਰੀਏ ਆਪਾਂ ਮੀਡੀਆ ਦੀ। ਤੁਸੀਂ ਆਪਣੀ ਜਿਹੜੀ ਵੀਡੀਓ ਦੇ ਵਿੱਚ ਥੋੜਾ ਜ਼ਿਕਰ ਵੀ ਕੀਤਾ ਕਿ ਮੀਡੀਆ ਦੇ ਵੀ ਕੁਝ ਕੁ ਬੰਦੇ ਪੂਰੀ ਤਰ੍ਹਾਂ ਬਾਇਸਡ ਹੋ ਕੇ, ਜਿਹਨੂੰ ਆਪਾਂ ਟੈਬਲੋਇਡ ਮੀਡੀਆ ਵੀ ਕਹਿ ਦਿੰਦੇ ਹਾਂ, ਜਾਂ ਵੱਖ-ਵੱਖ ਸਮੇਂ ਤੇ ਐਮਬੈਡਡ ਜਰਨਲਿਜ਼ਮ, ਜੋ ਵੀ ਉਹਨੂੰ ਨਾਂ ਦੇ ਲਓ, ਕਿ ਉਹਨਾਂ ਨੇ ਵੀ ਤਕਰੀਬਨ ਉਹੀ ਰੋਲ ਨਿਭਾਇਆ। ਪੰਜਾਬੀ ਮੀਡੀਆ ਖਾਸ ਕਰ ਉਹ ਤਾਂ ਅੱਜ ਕੱਲ੍ਹ ਇੰਨਾ ਕੁ ਵੋਕਲ ਹੋ ਗਿਆ ਕਿ ਕਈ ਵਾਰੀ ਉਹ ਇੱਕ ਵਿਰੋਧ ਤੋਂ ਡਰਦਾ ਹੀ ਚਾਹੇ ਬੋਲੇ, ਉਹ ਬੋਲਦਾ ਜਿੱਥੇ ਕਿਤੇ ਗਲਤੀ ਹੁੰਦੀ ਹੈ। ਪਰ ਕੈਨੇਡਾ ਵਰਗੇ ਮੁਲਕ ਦੇ ਵਿੱਚ ਕਿਵੇਂ ਉਹਨਾਂ ਨੇ ਇੱਕ ਤਰ੍ਹਾਂ ਪੁਰਾਣੀ ਲਕੀਰ ਤੇ ਹੀ ਇਹ ਤੁਰਦੇ ਰਹੇ? ਦੇਖੋ ਗੁਰਤੇਜ ਜੀ, ਗੱਲ ਇਸ ਤਰ੍ਹਾਂ ਕਿ ਮੈਂ ਜੇ ਆਪਣੀ ਗੱਲ ਕਰਾਂ ਤੇ ਮੈਂ ਮਿਸਾਲ ਦੇਣੀ ਚਾਹੂੰਗਾ ਕਿ ਮੈਂ ਕਿਸੇ ਵੀ ਰੇਡੀਓ ਨੇ ਤੇ ਕੰਮ ਕਰਦਾ ਸੀ ਜੀ। 2014 ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਤੇ ਨਰਿੰਦਰ ਮੋਦੀ ਨੇ ਅਮਰੀਕਾ ਆਉਣਾ ਸੀਗਾ, ਤਾਂ ਸਿਕਸ ਫॉर ਜਸਟਿਸ ਨੇ ਉੱਥੇ ਝੰਡਾ ਗੱਡ ਦਿੱਤਾ ਕਿ ਅਸੀਂ ਉਸਦੇ ਖਿਲਾਫ ਮੁਜ਼ਾਹਰਾ ਕਰਾਂਗੇ। ਸਿਕਸ ਫॉर ਜਸਟਿਸ ਤੇ ਗੁਰਪਤਨ ਸਿੰਘ ਪੰਨੂ ਨੂੰ ਮੈਂ 에ਅਰ ਤੇ ਲਿਆ ਤੇ ਉਸ ਨੂੰ ਲੈ ਕੇ ਦਫ਼ਤਰ ਵਾਲਿਆਂ ਨੇ ਇਤਰਾਜ਼ ਕੀਤਾ, ਇਹ ਕਹਿ ਕੇ ਉਹ ਖਾਲਿਸਤਾਨੀ, ਅਸੀਂ ਉਹਨਾਂ ਨੂੰ ਮੰਚ ਨਹੀਂ ਮੁਹੱਈਆ ਕਰ ਸਕਦੇ। ਇਹਨਾਂ ਦਾ ਕੰਮ ਹੀ ਇਹੀ ਹੈ, ਨਰਿੰਦਰ ਮੋਦੀ ਦੇ ਹੱਕ 'ਚ ਸਾਨੂੰ ਗੱਲ ਕਰਨੀ ਚਾਹੀਦੀ ਹੈ। ਜੇ ਨਹੀਂ ਤੁਹਾਡੇ ਤੋਂ ਕੰਮ ਹੁੰਦਾ, ਤੁਹਾਡੀ ਡਿਊਟੀ ਜਿਹੜੀ ਹੈ ਬਦਲ ਲੈਂਦੇ ਆ। ਉਦੋਂ ਮੈਂ ਵਿਰੋਧ ਵਿੱਚ ਆਪਣਾ ਅਸਤੀਫਾ ਦਿੱਤਾ ਸੀਗਾ ਔਰ ਇਸ ਦੇ ਬਾਰੇ ਮੈਂ ਉਦੋਂ ਵੀ ਲਿਖਤਾ ਸੀਗਾ ਜੀ। ਸੋ ਤੁਸੀਂ ਵੇਖ ਲਓ ਕਿ ਮੁਦਾਖਲਤ ਤਾਂ ਕਦੋਂ ਦੀ ਚੱਲਦੀ ਆ ਰਹੀ, ਕੋਈ ਨਵੀਂ ਗੱਲ ਤੇ ਹੈ ਨਹੀਂ। ਪਰ 2014 ਤੋਂ ਆਪਾਂ ਇੱਕ ਟ੍ਰੈਂਡ ਵੇਖ ਰਹੇ ਹਾਂ ਖਾਸ ਕਿਸਮ ਦਾ। ਫਿਰ ਵੇਖੋ ਕਿ ਜਦੋਂ ਅਸੀਂ 2014 ਵਿੱਚ ਹੀ ਜਦੋਂ ਇਹ ਘਟਨਾ ਤੋਂ ਬਾਅਦ ਇੱਕ ਮੁਜ਼ਾਹਰਾ ਕੀਤਾ ਇੰਡੀਅਨ ਕੌਂਸੂਲੇਟ ਦੇ ਬਾਹਰ,
ਕਹਿੰਦਾ ਕੌਣ ਦਾ ਇੱਥੋਂ ਤੱਕ ਪੰਜਾਬੀ ਕਮਿਊਨਿਟੀ ਦਾ ਇੱਕ ਬੜਾ ਵੱਡਾ ਟੀਵੀ ਚੈਨਲ ਹੈ, ਉਹਨਾਂ ਨੇ ਆਪਣਾ ਉੱਥੇ ਕ੍ਰਿਊ ਘੱਲਿਆ, ਉਹਨਾਂ ਨੇ ਸਾਰੀ ਫੁਟੇਜ ਬਣਾਈ ਪਰ ਖਬਰ ਨਹੀਂ ਦਿੱਤੀ ਜੀ। ਇਸ ਦਾ ਪੱਕੀ ਅਰਥ ਕੱਢੀ ਹੈ। ਬਾਕੀ ਮੀਡੀਆ ਵਿੱਚ ਵੀ ਮੁੱਖ ਤੌਰ ਤੇ ਖਾਮੋਸ਼ੀ ਛਾਈ ਰਹੀ ਹੈ। ਕੁਝ ਇੱਕ ਮੀਡੀਆ ਸੱਜਣ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ, ਉਹਨਾਂ ਨੇ ਖਬਰਾਂ ਵੀ ਲਾਈਆਂ, ਪਰ ਕਹਿੰਦੇ ਕੌਣ ਦੇ ਜਿਹੜੇ ਵੱਡੇ ਚੈਨਲ ਸੀ ਉਹਨਾਂ ਨੇ ਮੂੰਹ ਆਪਣਾ ਜਿਹੜਾ ਹੈ ਬੰਦ ਰੱਖਿਆ। ਫਿਰ ਆਈਏ ਗੱਲ ਕਰੀਏ ਸ਼ਿਵਿੰਦਰ ਸਿੰਘ ਨਾਂ ਦਾ ਇੱਕ ਪੱਤਰਕਾਰ ਜਿਹੜਾ ਪੰਜਾਬ ਤੋਂ ਅਪਡੇਟਸ ਦਿੰਦਾ ਹੁੰਦਾ ਸੀਗਾ, ਮੋਦੀ ਦੀ ਆਲੋਚਨਾ ਕਰਕੇ ਉਹਨੂੰ ਵੀ ਜਿਹੜਾ ਹੈ ਪਾਸੇ ਕਰ ਦਿੱਤਾ ਗਿਆ ਉਸ ਵੱਡੇ ਚੈਨਲ ਵੱਲੋਂ। ਉਸੇ ਵੱਡੇ ਚੈਨਲ ਤੇ ਜਦੋਂ ਰਾਣਾ ਅਯੂਬ ਨੂੰ ਅਸੀਂ ਇੱਥੇ ਸੱਦਿਆ ਸੀਗਾ ਤੇ ਉੱਥੇ ਇੱਕ ਪੱਤਰਕਾਰ ਨੇ ਉਹਨਾਂ ਨੂੰ 에ਅਰ ਤੇ ਟਾਈਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਰੋਕਿਆ ਗਿਆ ਜੀ। ਬਾਅਦ 'ਚ ਇਹ ਵੀ ਕਿਹਾ ਗਿਆ ਕਿ ਜੇ ਤੂੰ ਇੰਟਰਵਿਊ ਕਰਨਾ ਰਾਣਾ ਅਯੂਬ ਦਾ, ਜਿਸਨੇ ਗੁਜਰਾਤ ਫਾਈਲਾਂ ਲਿਖਿਆ, ਕਿ ਤੂੰ ਆਪਣੇ ਵੱਲੋਂ ਲਿਖ ਕੇ ਦੇ ਦੇ ਕਿ ਆਪਣੇ ਰਿਸਕ ਤੇ ਇੰਟਰਵਿਊ ਕਰ ਰਹੇ। ਔਰ ਹੁਣ ਜਿਹੜਾ ਇਹ ਹਾਲਾਤ ਨੂੰ ਮੈਂ ਦੱਸ ਕੇ ਹਟਿਆ ਤਾਜ਼ਾ ਸਥਿਤੀ, ਇਸ ਵਿੱਚ ਮੀਡੀਆ ਦੀ ਭੂਮਿਕਾ ਜਿਹੜੀ ਸੀ ਬਹੁਤੀ ਨਾ ਪੱਖੀ ਸੀਗੀ, ਇਗਨੋਰ ਕੀਤਾ ਗਿਆ ਨਾ ਸਟੋਰੀਜ਼ ਨੂੰ, ਤੇ ਜਾਂ ਫਿਰ ਰਚਨਾ ਸਿੰਘ ਦੇ ਖਿਲਾਫ ਜਾਂ ਰਵੀ ਕਾਲੋਂ ਦੇ ਖਿਲਾਫ ਇੱਕ ਤਰੀਕੇ ਦੀ ਕਵਾਇਦ ਚਲਾਈ ਗਈ। ਚਾਹੇ ਖੁੱਲ ਕੇ ਉਹਨਾਂ ਨੇ ਕੁਝ ਨਹੀਂ ਕਿਹਾ, ਪਰ ਗੱਲਾਂ ਬੜੀ ਸਪਸ਼ਟ ਸੀਗੀਆਂ ਕਿ ਤਾਰਾਂ ਕਿੱਥੋਂ ਚੱਲ ਰਹੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਕਿ ਇਹ ਜਿਹੜੀਆਂ ਗੱਲਾਂ ਨੇ ਦੱਸਦੀਆਂ ਨੇ ਕਿ ਗੋਦੀ ਮੀਡੀਆ ਦਾ ਰੁਝਾਨ ਇੱਥੇ ਵੀ ਹੈ, ਔਰ ਧਮਕੀ ਇਸ ਗੱਲ ਦੀ ਹੈ ਕਿ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਜਾਂ ਇੰਡੀਅਨ ਕੌਂਸੂਲੇਟ ਦਾ ਨੈਰੇਟਿਵ ਨੂੰ ਨਹੀਂ ਫੋਲੋ ਕਰਦੇ ਤਾਂ ਤੁਹਾਨੂੰ ਅਗਲੀ ਵਾਰੀ ਉਹ ਵੀਜ਼ਾ ਨਹੀਂ ਦੇਣਗੇ। ਸਿਰਫ ਇਸ ਚੀਜ਼ ਦਾ ਡਰਾਵਾ ਦੇ ਕੇ ਤੇ ਇਹਨਾਂ ਨੂੰ ਆਪਣੇ ਨਾਲ ਵਰਗ ਲਾ ਲਿਆ ਗਿਆ। ਆਰਐਸਐਸ ਦੇ ਡਾਇਰੈਕਟਰ ਐਂਡ ਡਾਇਰੈਕਟਰ ਉਹ ਪੂਰੀ ਉਹਨਾਂ ਦੀ ਪਹੁੰਚ ਸੀ, ਉੱਥੇ ਪੂਰਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ। ਅਕਾਲੀ ਲੀਡਰਾਂ ਦੇ ਵੀ ਫੋਨ ਆਏ, ਬੀਜੇਪੀ ਵਾਲਿਆਂ ਦੇ ਵੀ ਆਏ, ਮੀਡੀਆ ਨੇ ਵੀ ਆਪਣਾ ਜ਼ੋਰ ਲਾਇਆ ਹੋਇਆ ਸੀ। ਇਸ ਦੇ ਬਾਵਜੂਦ ਉਹ ਕਿੰਨੀ ਉਹਨਾਂ ਨੇ ਸਟਰਗਲ ਕਰੀ ਹੋਈ, ਤਿੰਨੇ ਕੈਂਡੀਡੇਟਸ ਨੇ, ਉਹ ਕਿਵੇਂ ਜਿੱਤੇ ਤੇ ਕੀ ਉਹਨਾਂ ਦਾ ਰਿਸਪੌਂਸ ਸੀ ਉਦੋਂ ਬਾਅਦ ਦੇ ਵਿੱਚ? ਗੁਰਤੇਜ ਸਿੰਘ, ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਕਿ ਜਿਹੜੀ ਇਹਨਾਂ ਦੀ ਜਿੱਤ ਹੈ ਤਿੰਨਾਂ ਦੀ, ਮੁੱਖ ਤੌਰ ਤੇ ਤਾਂ ਪਾਰਟੀ ਦੀ ਜਿੱਤ ਸੀ ਇਹ ਵਾਲੀ। ਕਿਉਂਕਿ ਦੇਖੋ ਏਦਾਂ ਕਿ ਜਿਹੜੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਾਂ 'ਚ ਵੋਟਾਂ ਪੈਂਦੀਆਂ ਜਾਂ ਫੈਡਰਲ ਇਲੈਕਸ਼ਨ 'ਚ ਵੋਟਾਂ ਪੈਂਦੀਆਂ, ਇਹ ਪਾਰਟੀ ਨੂੰ ਪੈਂਦੀਆਂ, ਇੰਡੀਵਿਜੂਅਲ ਨੂੰ ਵੋਟਾਂ ਨਹੀਂ ਪੈਂਦੀਆਂ। ਸਾਨੂੰ ਇਹ ਗੱਲ ਪਹਿਲਾਂ ਮੰਨ ਕੇ ਚੱਲਣਾ ਚਾਹੀਦਾ ਜੀ। ਐਤਕੀ ਜਿਹੜੀ ਐਨਡੀਪੀ ਦੇ ਹੱਕ 'ਚ ਵੇਵ ਸੀਗੀ, ਬਹੁਤੀ ਮਤਲਬ ਕਹਿ ਸਕਦੇ ਹਾਂ ਕਿ ਸੰਭਾਵਨਾ ਹੈ ਕਿ ਉਸ ਵੇਵ ਨੇ ਇਹਨਾਂ ਨੂੰ ਬਚਾ ਲਿਆ ਜੀ। ਅਦਰਵਾਈਜ਼ ਵਿਰੋਧੀਆਂ ਨੇ ਕਸਰ ਨਹੀਂ ਸੀ ਕੋਈ ਛੱਡੀ ਆਪਣੇ ਵੱਲੋਂ ਜ਼ੋਰ ਲਾਉਣ ਲਈ, ਪਰ ਉਸ ਵੇਵ ਨੇ ਇਹਨਾਂ ਨੂੰ ਬਚਾ ਲਿਆ। 55 ਸੀਟਾਂ ਕਈ ਸਾਲਾਂ ਬਾਅਦ ਇਸ ਪਾਰਟੀ ਨੂੰ ਮਿਲੀਆਂ ਨੇ BC ਦੀ ਵਿਧਾਨ ਸਭਾ ਦੇ ਵਿੱਚ ਜੀ। ਪਿਛਲੀ ਇਲੈਕਸ਼ਨ 'ਚ ਇਹਨਾਂ ਦੇ ਕੋਲ ਭਾਰੀ ਬਹੁਮਤ ਨਹੀਂ ਸੀ, ਇਹਨਾਂ ਕੋਲ ਮਿਨੋਰਟੀ ਸਰਕਾਰ ਸੀ ਇਹਨਾਂ ਦੀ। 42 ਸੀਟਾਂ ਸੀਗੀਆਂ 87 ਚੋਂ, 3 ਗ੍ਰੀਨ ਪਾਰਟੀ ਉਹਨਾਂ ਨਾਲ ਰਲ ਕੇ ਸਰਕਾਰ ਚਲਾ ਰਹੇ ਸੀਗੇ। ਸੋ ਐਤਕੀ ਪਹਿਲੀ ਵਾਰੀ ਹੋਇਆ ਕਿ ਇੰਨੇ ਸਾਲਾਂ ਬਾਅਦ ਕਿ 55 ਸੀਟਾਂ ਮਿਲੀਆਂ। ਦੇਖੋ 2001 'ਚ ਅਸੀਂ ਇੱਥੇ ਆਏ ਸੀ ਕੈਨੇਡਾ, ਉਦੋਂ ਐਨਡੀਪੀ ਦਾ ਇੰਨਾ ਬੁਰਾ ਹਾਲ ਹੋਇਆ, ਉੱਜਲ ਦੋਸਾਂਝ ਪ੍ਰੀਮੀਅਰ ਹੁੰਦੇ ਸੀ ਤੇ ਹਾਰ ਦਾ ਮੂੰਹ ਵੇਖਣਾ ਪਿਆ ਇਹਨਾਂ ਨੂੰ ਕਿ 2 ਸੀਟਾਂ ਸਿਰਫ ਐਨਡੀਪੀ ਨੂੰ ਮਿਲੀਆਂ ਸੀਗੀਆਂ ਉਸ ਚੋਣ ਦੇ ਵਿੱਚ 87 ਚੋਂ। ਅੱਜ ਮਤਲਬ 55 ਸੀਟਾਂ ਮਿਲਣਾ ਮਤਲਬ ਭਾਰੀ ਬਹੁਮਤ। ਉਹਦੇ ਵਿੱਚ ਇੱਕ ਐਨਡੀਪੀ ਦੀ ਵੇਵ ਚੱਲ ਪਈ ਇੱਕ ਤਰੀਕੇ ਦੀ ਕਿ ਲੋਕਾਂ ਨੂੰ ਲੱਗਾ ਕਿ ਐਨਡੀਪੀ ਨੂੰ ਮੌਕਾ ਦਿੱਤਾ ਜਾਵੇ। ਮੈਂ ਇਹ ਮੰਨ ਕੇ ਚੱਲਾਂ ਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਮੁੱਖ ਤੌਰ ਤੇ ਪਾਰਟੀ ਲੈਵਲ ਨੂੰ ਵੋਟਾਂ ਪੈਂਦੀਆਂ, ਇੰਡੀਵਿਜੂਅਲ ਤੋਂ ਵੋਟਾਂ ਨਹੀਂ ਪੈਂਦੀਆਂ, ਜਿਸ ਕਰਕੇ ਇਹਨਾਂ ਤਿੰਨਾਂ ਕੈਂਡੀਡੇਟਸ ਦਾ ਬਚਾਅ ਹੋ ਗਿਆ, ਉਹ ਪ੍ਰਾਪਤੀ ਹੋਈ, ਜਿੱਤਾਂ ਹਾਸਿਲ ਉਹਨਾਂ ਨੇ ਕਰ ਲਈਆਂ। ਮੁੱਖ ਤੌਰ ਤੇ ਇਹੋ ਕਾਰਨ ਹੈ। ਪਰ ਉਸ ਬਾਵਜੂਦ ਇਸ ਗੱਲ ਦੇ ਕਿ ਜਿਹੜਾ ਜ਼ੋਰ ਇਹਨਾਂ ਤਾਕਤਾਂ ਨੂੰ ਲਾਇਆ ਗਿਆ, ਉਸ ਦਾ ਅਸਰ ਲੋਕਾਂ ਨੇ ਨਹੀਂ ਕਬੂਲਿਆ। ਲੋਕਾਂ ਨੇ ਆਪਣੇ ਭਾਈਚਾਰੇ ਦੇ ਨੇ ਨਿੱਠ ਕੇ ਇਹਨਾਂ ਨੂੰ ਸਪੋਰਟ ਕੀਤੀ ਹੈ। ਇੱਕ ਤਰੀਕੇ ਨਾਲ ਸਿੰਬੋਲਿਕ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਤਾਕਤਾਂ ਦੀ ਹਾਰ ਹੋਈ ਹੈ, ਪਰ ਇਹ ਲੜਾਈ ਮੁੱਕੀ ਨਹੀਂ ਹੈ। ਉਹ ਤਾਕਤਾਂ ਮੁੜ ਉੱਠਣਗੀਆਂ, ਮੁੜ ਆਪਣਾ ਲਾਮਬੰਦੀ ਕਰਨਗੀਆਂ। ਦੇਖੋ ਜਗਮੀਤ ਸਿੰਘ ਜਦੋਂ ਲੀਡਰਸ਼ਿਪ ਦੌੜ ਵਿੱਚ ਸੀਗੇ, ਉਦੋਂ ਵੀ ਇਸ ਗੱਲ ਬੜੀ ਐਸਟੈਬਲਿਸ਼ ਹੋ ਚੁੱਕੀ ਹੈ ਕਿ ਉਹਨਾਂ ਨੇ ਜ਼ੋਰ ਲਾਇਆ ਸੀ ਕਿ ਜਗਮੀਤ ਸਿੰਘ ਦਾ ਨੁਕਸਾਨ ਹੋਵੇ ਜੀ। ਜਗਮੀਤ ਸਿੰਘ ਦੀ ਲੀਡਰਸ਼ਿਪ ਦੌੜ ਵਿੱਚ ਸਮੇਂ ਜਿਹੜੇ ਲੋਕ ਉਹਨਾਂ ਨੂੰ ਚੰਦਾ ਦੇ ਰਹੇ ਸੀ ਜਾਂ ਉਹਨਾਂ ਦੇ ਟੇਬਲ ਖਰੀਦ ਰਹੇ ਸੀ, ਫੰਡ ਰੇਸ ਕਰ ਰਹੇ ਸੀ, ਉਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਗਿਆ ਕਿ ਤੁਸੀਂ ਪਾਸੇ ਰਹੋ ਜੀ। ਉਹਨਾਂ ਤੇ ਇਸ ਕਿਸਮ ਦਾ ਦੋਸ਼ ਲਾਇਆ ਗਿਆ ਉਹ ਖਾਲਿਸਤਾਨੀ ਨੇ, ਉਹ 84 ਦੀ ਗੱਲ ਕਰਦੇ ਆ। ਫਿਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਗਮੀਤ ਸਿੰਘ ਦਾ ਵੀਜ਼ਾ ਵੀ ਰੋਕਿਆ ਗਿਆ ਹੈ ਜੀ। ਸਹੀ ਗੱਲ। ਇਸ ਤੋਂ ਪਹਿਲਾਂ ਸੁਖ ਧਾਲੀਵਾਲ ਦਾ ਵੀਜ਼ਾ ਵੀ ਰੋਕਿਆ ਗਿਆ ਸੀ, ਜਿਨ੍ਹਾਂ ਨੇ ਜੀਨੋਸਾਈਡ ਬਾਰੇ ਇੱਕ ਪਟੀਸ਼ਨ ਪੇਸ਼ ਕੀਤੀ ਸੀ, ਜਿਹੜੇ ਕਿ ਲਿਬਰਲ ਮੈਂਬਰ ਪਾਰਲੀਮੈਂਟ ਨੇ ਇਸ ਵੇਲੇ ਜੀ। ਉਸ ਵੇਲੇ ਜਦੋਂ ਜਿਸ ਦੌਰ ਵਿੱਚ ਸੁਖ ਧਾਲੀਵਾਲ ਨੇ ਜੀਨੋਸਾਈਡ ਬਾਰੇ ਆਪਣਾ ਮਤਾ ਪੇਸ਼ ਕੀਤਾ ਤਾਂ ਦਸ਼ਮੇਸ਼ ਦਰਬਾਰ ਗੁਰੂ ਘਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਜਿਸ ਤੋਂ ਪਿੱਛੋਂ ਜਿਹੜਾ ਇਹ ਸੋ ਕਾਲਡ ਮੋਡਰੇਟ ਰਾਣਾ ਹੈ, ਉਹਨਾਂ ਨੇ ਇੱਕਾ ਕਰਕੇ ਉਹਨਾਂ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਸੀ ਜੀ। ਔਰ ਇੰਡੀਅਨ ਕੌਂਸੂਲੇਟ ਦਾ ਵੀ ਪੂਰਾ ਇੰਟਰਸਟ ਸੀ ਕਿ ਉਹਨਾਂ ਨੂੰ ਹਰਾਇਆ ਜਾਵੇ। ਔਰ ਫਿਰ ਉਹਨਾਂ ਨੇ ਹਾਰ ਦਾ ਮੂੰਹ ਵੇਖਿਆ ਔਰ ਜਿੰਨੀ ਸਿਮ ਜਿਹੜੀ ਹੈ MP ਚੁਣੀ ਗਈ ਸੀ ਜੀ। ਪਰ ਹੋਇਆ ਉਦੋਂ ਵੀ ਇਹ ਸੀ ਕਿ ਐਨਡੀਪੀ ਦੀ ਵੇਵ ਸੀ ਜਿਹਦਾ ਜਿਮਨ ਸਿੰਘ ਨੂੰ ਫਾਇਦਾ ਹੋਇਆ। ਪਰ ਜਦੋਂ ਵੇਵ ਹੋਵੇ ਨਾ ਹੋਵੇ, ਪਰ ਜਿਹੜਾ ਜ਼ੋਰ ਇਹਨਾਂ ਜਥੇਬੰਦੀਆਂ ਵੱਲੋਂ ਜਾਂ ਕੌਂਸਲਟ ਵੱਲੋਂ ਲਾਇਆ ਜਾਂਦਾ ਰਿਹਾ ਵੱਖਰੇ ਵੱਖਰੇ ਸਮਿਆਂ ਤੇ, ਉਹ ਲੋਕਾਂ ਨੇ ਵੇਖਿਆ, ਲੋਕਾਂ ਨੇ ਮਹਿਸੂਸ ਕੀਤਾ ਹੈ। ਪਰ ਜਿਨ੍ਹਾਂ ਲੋਕਾਂ ਨੇ ਸੁਹਿਰਦ ਹੋ ਕੇ ਉਸ ਦਾ ਡਟਵਾਂ ਮੁਕਾਬਲਾ ਕੀਤਾ ਹੈ, ਉਹ ਵਧਾਈ ਦੇ ਪਾਤਰ ਨੇ ਜੀ। ਜੀ
ਬਹੁਤ ਬਹੁਤ ਧੰਨਵਾਦ ਬਾਈ ਜੀ ਗੁਰਪ੍ਰੀਤ ਸਿੰਘ ਤੁਹਾਡਾ ਇਸ ਮਸਲੇ ਦੇ ਉੱਤੇ ਰੌਸ਼ਨੀ ਪਾਉਣ ਦੇ ਲਈ। ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਜਿਹੜੇ ਆਪਾਂ ਕਹੀਏ ਕਿ ਇੱਕ ਕਾਲੇ ਕਾਰਨਾਮੇ ਹੀ ਕਰਦੇ ਨੇ, ਡੈਮੋਕ੍ਰੇਸੀ ਜੋ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਠੀਕ ਠਾਕ, ਸੋ ਉਹਨਾਂ ਨੂੰ ਐਕਸਪੋਜ਼ ਤੁਸੀਂ ਕਰਦੇ ਰਹੋਗੇ, ਪਿੱਛੇ ਵੀ ਕਰਦੇ ਰਹੇ ਹੋ। ਇੱਥੇ ਜਿਸ ਤਰ੍ਹਾਂ ਆਪਾਂ ਇਸ ਗੱਲਬਾਤ ਦਾ ਸਿਰਲੇਖ ਵੀ ਰੱਖਿਆ ਸੀ ਕਿ RSS ਬੈਡਲੀ ਫੇਲ ਹੋਇਆ ਉਹਨਾਂ ਦਾ ਪਲਾਨ, ਤੇ ਇਸੇ ਹੀ ਤਰ੍ਹਾਂ ਉਹਨਾਂ ਦਾ ਸਾਰੇ ਹੀ ਜਗ੍ਹਾ ਫੇਲ ਹੋਣਾ ਚਾਹੀਦਾ। ਲੋਕਾਂ ਨੂੰ ਸੱਚ ਦੇ ਨਾਲ ਹਮੇਸ਼ਾ ਖੜਨਾ ਚਾਹੀਦਾ ਗਾ, ਤੇ ਇਹ ਜਿਹੜੇ ਆਪਣੇ ਟੋਟਲ ਪਰਸਪੈਕਟਿਵ ਦੇ ਵਿੱਚ ਨੈਗੇਟਿਵ ਐਲੀਮੈਂਟਸ ਲੈ ਕੇ ਚੱਲਦੇ ਨੇ, ਜਿਹੜੇ ਉਸ ਮੁਲਕ ਦੇ ਵਿੱਚ ਖੂਨ ਕਾ ਬਦਲਾ ਖੂਨ ਵਰਗੇ ਨਾਰੇ ਲਾਉਂਦੇ ਨੇ, ਉਹਨਾਂ ਨੂੰ ਸਬਕ ਸਿਖਾਉਂਦੇ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਗੁਰਤੇਜ ਸਿੰਘ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੰਚ ਮੁਹੱਈਆ ਕੀਤਾ, ਇੰਨੀ ਦੂਰੋਂ ਯਾਦ ਕੀਤਾ। ਮੈਂ ਸਮਝਦਾ ਜੇ ਤੁਹਾਡੇ ਵਾਂਗ ਹੋਰ ਵੀ ਸੁਹਿਰਦ ਸਿਦਕਵਾਨ ਮੀਡੀਆ ਵਾਲੇ ਇਹਨਾਂ ਗੱਲਾਂ ਨੂੰ ਸੀਰੀਅਸਲੀ ਲੈਣ ਤਾਂ ਕਹਾਣੀ ਜਿਹੜੀ ਹੈ ਉਸ ਨੂੰ ਬਦਲਿਆ ਜਾ ਸਕਦਾ। ਔਰ ਇਹ ਇਕੱਲਾ RSS ਦਾ ਮਸਲਾ ਨਹੀਂਗਾ, ਇੰਡੀਅਨ ਸਟੇਟ ਦਾ ਮਸਲਾ ਹੈ। ਇੰਡੀਅਨ ਸਟੇਟ ਪਹਿਲਾਂ ਵੀ ਇਹੋ ਜਿਹੀ ਧੱਕੇਸ਼ਾਹੀਆਂ ਕਰਦਾ ਰਿਹਾ ਜਦੋਂ ਕਾਂਗਰਸ ਦਾ ਵੀ ਰਾਜ ਸੀਗਾ। ਬਲੈਕ ਲਿਸਟਾਂ ਉਸ ਦੌਰ 'ਚ ਬਣੀਆਂ, ਅਸੀਂ ਸਾਰੇ ਜਾਣਦੇ ਹਾਂ। ਅੱਜ RSS ਖੁੱਲ੍ਹਮ ਖੁੱਲ੍ਹਾ ਤੌਰ ਤੇ ਸਾਰਾ ਕੁਝ ਕਰ ਰਹੀ ਹੈ। ਔਰ ਜਿਵੇਂ ਮੈਂ ਦੱਸਿਆ ਕਿ 21 ਅਕਤੂਬਰ ਦੀ ਤਰੀਕ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹਾਂ ਕਿ ਉਦੋਂ ਵੀ ਹੌਪਕਿੰਸਨ ਵਰਗੇ ਲੋਕ, ਬੇਲਾ ਸਿੰਘ ਵਰਗੇ ਲੋਕ ਸਾਡੀ ਕਮਿਊਨਿਟੀ 'ਚ ਘੁਸਪੈਠ ਕਰ ਰਹੇ ਸੀ। ਅੱਜ ਵੀ ਹੌਪਕਿੰਸਨ ਦਾ ਭੂਤ ਜਿਹੜਾ ਹੈ ਇੰਡੀਅਨ ਸਫਾਰਤਖਾਨੇ ਵਿੱਚ ਬੈਠਾ, ਤਾਂ ਉਹ ਸਾਰਾ ਕੁਝ ਕਰ ਰਿਹਾ। ਉਸ ਦਾ ਦੁਹਰਾਓ ਲੋਕਾਂ ਨੇ ਬੈਲਟ ਪਰਚੀ ਦਾ ਇਸਤੇਮਾਲ ਸੁਚੱਜੇ ਢੰਗ ਨਾਲ ਕੀਤਾ, ਉਸ ਦੇ ਲਈ ਲੋਕ ਵਧਾਈ ਦੇ ਪਾਤਰ ਨੇ। ਔਰ ਤੁਹਾਡਾ ਸ਼ੁਕਰੀਆ ਸਮਾਂ ਦੇਣ ਲਈ, ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।